ਅੱਜ ਅੰਮ੍ਰਿਤ ਵੇਲੇ ਗੁਰਦੇਵ ਪਿਤਾ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸੋਹੀ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 739 ਤੇ ਅੰਕਿਤ ਹੈ। ਮਨੁੱਖ ਨੂੰ ਜੀਵਨ ਜੀਣ ਵਾਸਤੇ ਸਾਥ ਚਾਹੀਦਾ ਹੈ, ਰਿਸ਼ਤੇਦਾਰਾਂ ਦਾ, ਸੱਜਣਾ ਭਰਾਵਾਂ ਦਾ, ਮਿੱਤਰਾਂ ਦਾ, ਭੈਣਾਂ ਭਰਾਵਾਂ ਦਾ, ਬੱਚਿਆਂ ਦਾ। ਅਸੀਂ ਦੇਖਦੇ ਹਾਂ ਬਿਨਾਂ ਸਾਥ ਤੋਂ ਜ਼ਿੰਦਗੀ ਜੀਣੀ ਬਹੁਤ ਔਖੀ ਔਰ ਅਸੰਭਵ ਹੈ। ਮਨੁੱਖ ਨੂੰ ਸਾਥ ਕਿਸ ਕਰਕੇ ਚਾਹੀਦਾ ਹੈ ਕਿ ਸਾਥ ਕਰਕੇ ਇਹਦੇ ਜੀਵਨ ਦੇ ਅੰਦਰ ਸੁੱਖ ਬਣਿਆ ਰਹੇ, ਇਹਨੂੰ ਮਾਣ ਮਹਿਸੂਸ ਹੋਵੇ ਔਰ ਇਸ ਨੂੰ ਇਸ ਗੱਲ ਦਾ ਪਤਾ ਹੋਏ, ਵਿਸ਼ਵਾਸ ਹੋਏ ਕਿ ਜਦੋਂ ਕੋਈ ਦੁੱਖ ਆਏਗਾ ਉਦੋਂ ਮੇਰੇ ਜੀਵਨ ਦੇ ਅੰਦਰ ਬਹੁਤ ਸਾਰੇ ਸੰਗੀ ਸਾਥੀ ਮੌਜੂਦ ਨੇ ਜੋ ਮੇਰਾ ਦੁੱਖ ਦੇ ਅੰਦਰ ਸਾਥ ਦੇਣਗੇ। ਪਰ ਵੇਖਣ ਵਿੱਚ ਆਉਂਦਾ ਹੈ ਇਸ ਦੁਨੀਆ ਦੇ ਅੰਦਰ ਦੋ ਕਿਸਮ ਦੇ ਸੰਗੀ ਔਰ ਸਾਥੀ ਨੇ। ਇੱਕ ਐਸੇ ਸੰਗੀ ਸਾਥੀ ਸੱਜਣ ਮਿੱਤਰ ਨੇ ਜੋ ਸਾਨੂੰ ਕੁਰਾਹੇ ਪਾ ਦਿੰਦੇ ਨੇ। ਸਮਾਜ ਦੇ ਅੰਦਰ ਪ੍ਰਤੱਖ ਦਿਸਦਾ ਹੈ ਕਿਤਨੇ ਨੌਜਵਾਨ ਬੱਚੇ ਨਸ਼ਿਆਂ ਔਰ ਵਿਕਾਰਾਂ ਦੇ ਅੰਦਰ ਗਰਕ ਹੋ ਗਏ। ਉਹਨਾਂ ਦੇ ਗਰਕ ਹੋਣ ਦਾ ਜੋ ਕਾਰਨ ਹੈ ਉਹਨਾਂ ਦੀ ਮਾੜੀ ਸੰਗਤ ਹੀ ਹੈ। ਕਿਸੇ ਐਸੇ ਇਨਸਾਨ ਨੂੰ ਮਿੱਤਰ ਬਣਾ ਲਿਆ ਜੋ ਕਿਸੇ ਨਸ਼ੇ ਆਦਿਕ ਦੀ ਵਰਤੋਂ ਕਰਦਾ ਸੀ ਅਤੇ ਉਸਨੇ ਹੌਲੇ ਹੌਲੇ ਦੂਜੇ ਇਨਸਾਨ ਨੂੰ ਵੀ ਆਦਤ ਪਾ ਦਿੱਤੀ। ਇਸ ਤਰ੍ਹਾਂ ਉਹ ਨਸ਼ਿਆਂ ਦੀ ਦੁਨੀਆ ਦੇ ਅੰਦਰ ਖਚਤ ਹੋ ਗਿਆ ਔਰ ਆਪਣੇ ਜੀਵਨ ਨੂੰ ਬਰਬਾਦ ਕਰ ਲਿਆ। ਕਈ ਸਾਰੇ ਐਸੇ ਲੋਕ ਹੁੰਦੇ ਨੇ, ਵਿਕਾਰੀ ਨੇ, ਉਹਨਾਂ ਵਿਕਾਰੀਆਂ ਦੀ ਸੰਗਤ ਕੀਤੀ, ਹੌਲੇ ਹੌਲੇ ਮਨੁੱਖ ਆਪ ਵੀ ਵਿਕਾਰਾਂ ਦੇ ਅੰਦਰ ਖਚਤ ਹੋ ਗਿਆ। ਸੱਜਣ ਮਿੱਤਰ ਤੇ ਬਣਾਇਆ ਸੀ ਕਿ ਮੇਰੇ ਜੀਵਨ ਦੇ ਅੰਦਰ ਸੁੱਖ ਪੈਦਾ ਹੋਏਗਾ, ਪਰ ਉਸ ਸੱਜਣ ਮਿੱਤਰ ਕਰਕੇ ਹੀ ਜੀਵਨ ਦੇ ਅੰਦਰ ਦੁੱਖ ਪੈਦਾ ਹੋ ਗਿਆ। ਦੂਜੇ ਪਾਸੇ ਕੁਝ ਲੋਕ ਐਸੇ ਨੇ ਜੋ ਬਹੁਤ ਚੰਗੇ ਇਨਸਾਨ ਨੇ, ਚੰਗੇ ਰਾਹਾਂ 'ਤੇ ਤੁਰਦੇ ਨੇ, ਨਸ਼ਿਆਂ ਤੋਂ, ਵਿਕਾਰਾਂ ਤੋਂ, ਪਾਪਾਂ ਔਰ ਅਪਰਾਧਾਂ ਤੋਂ ਬੜੇ ਦੂਰ ਨੇ। ਅਤੇ ਕਈ ਵਾਰ ਕੋਈ ਵਿਕਾਰੀ ਮਨੁੱਖ ਵੀ ਐਸੇ ਚੰਗੇ ਮਨੁੱਖ ਦੀ ਸੰਗਤ ਕਰੇ ਤਾਂ ਉਹਦੇ ਪ੍ਰਭਾਵ ਥੱਲੇ ਹੌਲੇ ਹੌਲੇ ਉਹ ਵਿਕਾਰਾਂ ਨੂੰ ਛੱਡ ਜਾਂਦਾ ਹੈ ਔਰ ਉਹ ਵੀ ਇੱਕ ਚੰਗਾ ਇਨਸਾਨ ਬਣ ਜਾਂਦਾ ਹੈ। ਇਸ ਤਰ੍ਹਾਂ ਉਹਦੀ ਜ਼ਿੰਦਗੀ ਦੇ ਅੰਦਰੋਂ ਵੀ ਦੁੱਖਾਂ ਦਾ ਸਫ਼ਰ ਖਤਮ ਹੋ ਜਾਂਦਾ ਹੈ ਅਤੇ ਉਹ ਸੁੱਖ ਵਾਲੀ ਜ਼ਿੰਦਗੀ, ਮਾਣ ਵਾਲੀ ਜ਼ਿੰਦਗੀ ਜੀਂਦਾ ਹੈ। ਤਾਂ ਸਾਨੂੰ ਕੈਸੇ ਸੱਜਣ ਬਣਾਉਣੇ ਚਾਹੀਦੇ ਨੇ ਔਰ ਅਸਲ ਦੇ ਅੰਦਰ ਸੱਚੇ ਸੱਜਣ ਔਰ ਮਿੱਤਰ ਕੌਣ ਨੇ, ਗੁਰਦੇਵ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਸਮਝਾਇਆ ਹੈ। ਆਓ ਬੜੇ ਪਿਆਰ ਦੇ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਰਾਹੋ ਵਾਲੀ ਪੰਕਤੀ ਵਿੱਚ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਓਏ ਸਾਜਨ ਓਏ ਮੀਤ ਪਿਆਰੇ। ਅਸਲ ਦੇ ਅੰਦਰ ਸਾਡੇ ਸੱਚੇ ਸੱਜਣ ਉਹੀ ਨੇ, ਪਿਆਰੇ ਮਿੱਤਰ ਉਹੀ ਨੇ ਜੋ ਹਮ ਕੋ ਹਰ ਨਾਮ ਚਿਤਾਰੇ, ਜੋ ਸਾਨੂੰ ਪ੍ਰਭੂ ਦਾ ਨਾਮ ਚੇਤੇ ਕਰਾ ਦੇਣ, ਜੋ ਸਾਡੇ ਚਿੱਤ ਦੇ ਅੰਦਰ ਰੱਬੀ ਗੁਣਾਂ ਨੂੰ ਵਸਾ ਦੇਣ, ਜੋ ਸਾਨੂੰ ਇਹ ਚੇਤੇ ਕਰਾਉਣ ਕਿ ਇਸ ਦੁਨੀਆ ਦੇ ਅੰਦਰ ਰੱਬੀ ਹੁਕਮ ਚੱਲ ਰਿਹਾ ਹੈ। ਸਾਰੀ ਦੁਨੀਆ ਰਜਾ ਭਾਣੇ ਵਿੱਚ ਹੈ, ਯਾਨੀ ਜੋ ਲਾ ਆਫ ਨੇਚਰ ਹੈ, ਜੋ ਕੁਦਰਤ ਦੇ ਨੇਮ ਨੇ, ਉਹਨਾਂ ਨੇਮਾਂ ਦੇ ਅੰਦਰ ਇਹ ਸੰਸਾਰ ਚੱਲਦਾ ਹੈ। ਹੁਕਮ ਦੇ ਅੰਦਰ ਉਤਪੱਤੀ ਹੈ, ਹੁਕਮ ਅੰਦਰ ਪਾਲਣਾ ਹੈ, ਹੁਕਮ ਦੇ ਅੰਦਰ ਹੀ ਲੈਤਾ ਹੈ। ਗੁਰਦੇਵ ਦਾ ਪਾਵਨ ਬਚਨ ਹੈ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਸਾਰਾ ਆਕਾਰ ਕਿਸੇ ਹੁਕਮ, ਕਿਸੇ ਰਜਾ ਭਾਣੇ ਯਾਨੀ ਕਿਸੇ ਸਿਸਟਮ ਦੇ ਅੰਦਰ ਪੈਦਾ ਹੋ ਰਿਹਾ ਹੈ, ਹੁਕਮ ਅੰਦਰ ਸੰਚਾਲਨ ਹੋ ਰਿਹਾ ਹੈ ਅਤੇ ਉਸ ਮੁਕੰਮਲ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ, ਮੁਕੰਮਲ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਭਾਵ ਮੁਕੰਮਲ ਹੁਕਮ ਯਾਨੀ ਸਿਸਟਮ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਕਮ ਦੇ ਅੰਦਰ ਹੀ ਸੁੱਖ ਹੈ, ਹੁਕਮ ਦੇ ਅੰਦਰ ਹੀ ਦੁੱਖ ਹੈ, ਯਾਨੀ ਇੱਕ ਸਿਸਟਮ ਹੈ, ਜੀਵਨ ਜੀਣ ਦਾ ਢੰਗ ਹੈ। ਜੇ ਅਸੀਂ ਚੰਗਾ ਜੀਵਨ ਜੀਂਦੇ ਹਾਂ ਤਾਂ ਉਹ ਸਾਡੇ ਵਾਸਤੇ ਸੁੱਖ ਪੈਦਾ ਕਰੇਗਾ ਔਰ ਜੇ ਮਾੜਾ ਜੀਵਨ ਜੀਂਦੇ ਹਾਂ ਤਾਂ ਸਾਡੇ ਜੀਵਨ ਦੇ ਅੰਦਰ ਦੁੱਖ ਪੈਦਾ ਹੋਏਗਾ। ਤਾਂ ਅਸਲ ਸੱਜਣ ਔਰ ਮਿੱਤਰ ਉਹੀ ਨੇ ਜੋ ਸਾਨੂੰ ਰੱਬੀ ਗੁਣਾਂ ਦੇ ਨਾਲ ਜੋੜਦੇ ਨੇ, ਸੱਚ ਨਾਲ, ਦਇਆ ਨਾਲ, ਪ੍ਰੇਮ ਨਾਲ, ਨਿਰਭੈਤਾ, ਨਿਰਵੈਰਤਾ ਨਾਲ, ਜੋ ਸਾਨੂੰ ਰੱਬੀ ਹੁਕਮ ਦੇ ਅੰਦਰ ਜੀਵਨ ਜੀਣ ਦੀ ਪ੍ਰੇਰਨਾ ਕਰਦੇ ਨੇ, ਜੋ ਸਾਨੂੰ ਗੁਰਬਾਣੀ ਅਨੁਸਾਰ ਜੀਵਨ ਜੀਣ ਦੀ ਪ੍ਰੇਰਨਾ ਕਰਦੇ ਨੇ।
ਅਸਲ ਸੱਜਣ ਔਰ ਮਿੱਤਰ ਉਹੀ ਨੇ, ਕਿਉਂਕਿ ਜਦੋਂ ਅਸੀਂ ਸ਼ੁਭ ਗੁਣਾਂ ਦੇ ਨਾਲ ਜੁੜਾਂਗੇ, ਸਾਡੇ ਜੀਵਨ ਦੇ ਅੰਦਰੋਂ ਪਾਪ, ਵਿਕਾਰ ਔਰ ਅਪਰਾਧ ਖਤਮ ਹੋਣਗੇ, ਸਾਡਾ ਜੀਵਨ ਖੁਸ਼ਹਾਲ ਹੋਵੇਗਾ। ਤਾਂ ਅਸਲੀ ਸੱਜਣ ਮਿੱਤਰ ਉਹੀ ਹੈ ਨਾ, ਜੋ ਸਾਡੇ ਜੀਵਨ ਨੂੰ ਆਬਾਦ ਕਰੇ, ਜੋ ਸਾਡੇ ਜੀਵਨ ਨੂੰ ਖੁਸ਼ਹਾਲ ਕਰੇ, ਜੋ ਸਾਨੂੰ ਐਸੇ ਰਾਹਾਂ ਦੇ ਉੱਤੇ ਤੁਰਨ ਦੀ ਪ੍ਰੇਰਨਾ ਦੇਵੇ ਜਿਨ੍ਹਾਂ ਰਾਹਾਂ ਦੇ ਅੰਦਰ ਖੁਸ਼ੀਆਂ ਦੇ ਫੁੱਲ ਖਿੜੇ ਹੋਏ ਨੇ, ਜਿਨ੍ਹਾਂ ਰਾਹਾਂ 'ਤੇ ਤੁਰ ਕੇ ਅੰਦਰ ਇਨਸਾਨੀਅਤ ਪੈਦਾ ਹੋ ਜਾਂਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਨੇ, ਜਾ ਕੈ ਦਰਸ ਪਾਪ ਕੋਟ ਉਤਾਰੇ। ਜਿਸ ਪ੍ਰਭੂ ਦਾ ਦਰਸ਼ਨ ਕਰੋੜਾਂ ਪਾਪਾਂ ਨੂੰ ਦੂਰ ਕਰਨ ਦੇ ਸਮਰੱਥ ਹੈ। ਪ੍ਰਭੂ ਦਾ ਦਰਸ਼ਨ, ਹੁਣ ਪ੍ਰਭੂ ਦਾ ਦਰਸ਼ਨ ਕਿੱਥੋਂ ਕਰਨਾ ਹੈ? ਉਹ ਪ੍ਰਭੂ ਵਾਸਤਵ ਦੇ ਵਿੱਚ ਕਿੱਥੇ ਵਸ ਰਿਹਾ ਹੈ? ਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਮਨੁੱਖੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਜਿਹੜਾ ਰੱਬ ਜਲ ਥਲ ਮਹੀਲ ਦੇ ਅੰਦਰ ਪਰਿਪੂਰਨ ਹੈ, ਜਗਤ ਦੇ ਕਣ ਕਣ ਅੰਦਰ ਰਮਿਆ ਹੋਇਆ ਹੈ, ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ, ਜੋ ਹਰ ਇਨਸਾਨ ਦੇ ਅੰਦਰ ਵਸ ਰਿਹਾ ਹੈ, ਹਰ ਇਨਸਾਨ ਜਿਸ ਪ੍ਰਭੂ ਦਾ ਰੂਪ ਹੈ, ਤੇ ਉਹ ਹੀ ਪ੍ਰਭੂ ਇਹਨੂੰ ਯਾਦ ਨਾ ਆਵੇ, ਉਹਦੇ ਨਾਲ ਇਹਦਾ ਸੰਬੰਧ ਨਾ ਜੁੜੇ, ਉਹਨੂੰ ਇਹ ਅਨੁਭਵ ਨਾ ਕਰ ਪਾਏ, ਉਹਨੂੰ ਇਹ ਮਹਿਸੂਸ ਨਾ ਕਰ ਪਾਏ, ਤਾਂ ਦੁਨੀਆ ਦਾ ਸਭ ਤੋਂ ਵੱਡਾ ਦੁਖਾਂਤ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਇਹੀ ਹੈ। ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਕਿੰਨਾ ਦੁੱਖ ਹੈ ਇਸ ਚੀਜ਼ ਦਾ, ਜਾਂ ਕਿੰਨਾ ਦੁੱਖ ਪੈਦਾ ਹੋ ਜਾਂਦਾ ਹੈ, ਕੀ ਗਿਣਤੀ ਕੀਤੀ ਜਾ ਸਕਦੀ ਹੈ। ਸਭ ਤੋਂ ਵੱਡਾ ਦੁਖਾਂਤ ਇਹੀ ਹੈ ਨਾ ਕਿ ਮੇਰੇ ਆਪਣੇ ਅੰਦਰ ਰੱਬ ਵਸਦਾ ਹੋਵੇ, ਮੇਰੇ ਚਾਰ ਚੁਫੇਰੇ ਰੱਬ ਫੈਲਿਆ ਹੋਵੇ, ਅਤੇ ਮੈਂ ਉਹਨੂੰ ਅਨੁਭਵ ਨਾ ਕਰ ਸਕਾਂ, ਮੈਂ ਉਹਨੂੰ ਮਹਿਸੂਸ ਨਾ ਕਰ ਸਕਾਂ, ਉਸ ਨੂੰ ਮੈਂ ਵੇਖ ਨਾ ਸਕਾਂ। ਤਾਂ ਜਦੋਂ ਅਸੀਂ ਹਰ ਇਨਸਾਨ ਦੇ ਅੰਦਰ ਪ੍ਰਭੂ ਨੂੰ ਵੇਖਾਂਗੇ, ਜਦੋਂ ਜਰਰੇ ਜਰਰੇ ਦੇ ਅੰਦਰ ਸਮਾਏ ਹੋਏ ਪ੍ਰਭੂ ਨੂੰ ਕੋਈ ਤੱਕਦਾ ਹੈ, ਤਾਂ ਉਦੋਂ ਫਿਰ ਉਸ ਦੀ ਪਾਪ ਕਰਨ ਦੀ ਹਿੰਮਤ ਨਹੀਂ ਪੈਂਦੀ, ਉਦੋਂ ਫਿਰ ਕਿਸੇ ਨੂੰ ਮਾੜਾ ਬੋਲਣ ਦੀ ਹਿੰਮਤ ਨਹੀਂ ਪੈਂਦੀ, ਕਿਸੇ ਦੇ ਨਾਲ ਈਰਖਾ ਕਰਨ ਦੀ ਹਿੰਮਤ ਨਹੀਂ ਪੈਂਦੀ। ਕਾਰਨ ਕਿ ਸਾਰਿਆਂ ਦੇ ਅੰਦਰ ਤੇ ਰੱਬ ਵਸ ਰਿਹਾ ਹੈ। ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ, ਫਿਰ ਬਾਦ ਵਿਵਾਦ ਕਾਹੂ ਸੇ ਨਾ ਕੀਜੈ। ਫਿਰ ਬੰਦਾ ਕਿਸੇ ਦੇ ਨਾਲ ਲੜਾਈ ਝਗੜੇ ਦੰਗੇ ਫਸਾਦ ਨਹੀਂ ਕਰੇਗਾ, ਕਿਉਂਕਿ ਜੋ ਦਿਸੈ ਸੋ ਤੇਰਾ ਰੂਪ। ਭਲੇ ਪੁਰਸ਼ਾ, ਜਦੋਂ ਤੂੰ ਕਿਸੇ ਦੀਆਂ ਆਂਦਰਾਂ ਨੂੰ ਹੱਥ ਪਾਉਂਦਾ ਨਾ, ਜਦੋਂ ਕਿਸੇ ਦੀ ਬੇਪੱਤੀ ਕਰਦਾ ਹੈ, ਜਦੋਂ ਕਿਸੇ ਦਾ ਦਿਲ ਦੁਖਾਉਂਦਾ ਹੈ, ਤਾਂ ਸਮਝ ਲੈ ਤੂੰ ਰੱਬ ਦਾ ਹੀ ਦਿਲ ਦੁਖਾ ਰਿਹਾ ਹੈ। ਇਸ ਲਈ ਜਦੋਂ ਮਨੁੱਖ ਇਸ ਕਾਇਨਾਤ ਦੇ ਅੰਦਰ ਹਰ ਜੀਵ ਜੰਤ ਅੰਦਰ ਪ੍ਰਭੂ ਦੇ ਦਰਸ਼ਨ ਕਰੇਗਾ, ਤਾਂ ਉਦੋਂ ਇਹਦੀ ਜ਼ਿੰਦਗੀ ਦੇ ਅੰਦਰੋਂ ਪਾਪ ਖਤਮ ਹੋ ਜਾਣਗੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਾਡਾ ਅਸਲੀ ਸੱਜਣ ਮਿੱਤਰ ਉਹੀ ਹੈ ਜੋ ਸਾਨੂੰ ਉਸ ਪ੍ਰਭੂ ਦੇ ਨਾਲ ਜੋੜੇ, ਜਿਹਦੇ ਦਰਸ਼ਨ ਕੀਤਿਆਂ ਕਰੋੜਾਂ ਪਾਪ ਉਤਰ ਜਾਂਦੇ ਨੇ, ਜੋ ਸਾਨੂੰ ਰੱਬੀ ਗੁਣਾਂ ਦੇ ਨਾਲ ਜੋੜੇ, ਜੋ ਸਾਨੂੰ ਗੁਰਬਾਣੀ ਦੇ ਨਾਲ ਜੋੜੇ। ਸਾਡਾ ਸੱਜਣ ਮਿੱਤਰ ਉਹੀ ਹੈ। ਭੇਟਤ ਸੰਗ ਇਹ ਭਵਜਲ ਤਾਰੇ। ਉਹ ਪ੍ਰਭੂ ਜਿਸ ਦੀ ਸ਼ਰਨ ਦੇ ਅੰਦਰ ਜਾਇਆ ਭਵਜਲ ਤਰ ਜਾਂਦਾ ਬੰਦਾ, ਜਿਸ ਪ੍ਰਭੂ ਦੇ ਚਰਨਾਂ ਦੀ ਸ਼ਰਨ ਲਿਆ ਭਵਜਲ ਤਰ ਜਾਂਦਾ। ਹੁਣ ਭਵਜਲ ਕੀ ਹੈ? ਭਵਜਲ ਹੈ ਵਿਕਾਰ, ਭਵਜਲ ਹੈ ਪਾਪ, ਭਵਜਲ ਹੈ ਅਗਿਆਨਤਾ। ਤਾਂ ਅਗਿਆਨਤਾ ਦੇ ਸਾਗਰ ਨੂੰ ਤਰਨਾ, ਅਗਿਆਨਤਾ ਚੋਂ ਬਾਹਰ ਆਉਣਾ, ਗਿਆਨ ਦੇ ਚਾਨਣੇ ਦੇ ਅੰਦਰ ਜ਼ਿੰਦਗੀ ਜੀਣੀ। ਭਵਜਲ ਨੇ ਵਿਕਾਰ, ਈਰਖਾ, ਦਵੈਸ਼, ਵੈਰ, ਵਿਰੋਧ ਆਦਿਕ, ਕਾਮ, ਕ੍ਰੋਧ, ਲੋਭ, ਮੋਹ ਵਗੈਰਾ ਵਗੈਰਾ, ਇਹ ਸਾਰਾ ਭਵਜਲ ਹੀ ਤੇ ਹੈ। ਅਗਿਆਨਤਾ ਭਰੇ ਕਰਮ ਕਰਨੇ, ਬੰਦਾ ਭਵਜਲ ਵਿੱਚ ਹੀ ਤੇ ਡੁੱਬਿਆ ਹੋਇਆ ਹੈ। ਕਿਤੇ ਇਹ ਆਤਮਿਕ ਸ਼ਾਂਤੀ ਵਾਸਤੇ ਤੀਰਥਾਂ ਤੇ ਨਹਾਉਂਦਾ ਫਿਰਦਾ ਹੈ, ਕਿਤੇ ਆਤਮਿਕ ਸ਼ਾਂਤੀ ਵਾਸਤੇ ਵਰਤਨ ਰਾਤੇ ਸਰਾਧਾਂ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ, ਕਿਤੇ ਮੜੀਆਂ ਕਬਰਾਂ ਆਦਿਕ ਪੂਜਦਾ ਹੈ, ਜਾਂ ਹੋਰ ਕਿੰਨੇ ਐਸੇ ਕਰਮ ਕਰੀ ਜਾਂਦਾ ਹੈ। ਲੇਕਿਨ ਇਹਦੀ ਜ਼ਿੰਦਗੀ ਦੇ ਅੰਦਰੋਂ ਵਿਕਾਰ ਖਤਮ ਨਹੀਂ ਹੁੰਦੇ। ਇਹਦੀ ਸੁਰਤ ਵਿਕਾਰਾਂ ਦੇ ਅੰਦਰ ਡੁੱਬੀ ਰਹਿੰਦੀ ਹੈ। ਵਿਕਾਰਾਂ ਦੇ ਅੰਦਰ ਡੁੱਬੀ ਹੋਈ ਸੁਰਤ ਹੀ ਭਵਜਲ ਦੇ ਅੰਦਰ ਡੁੱਬੀ ਹੋਈ ਹੈ। ਤਾਂ ਜਦੋਂ ਅਸੀਂ ਪ੍ਰਭੂ ਦੇ ਚਰਨਾਂ ਦੀ ਸ਼ਰਨ ਲੈਂਦੇ ਹਾਂ, ਰੱਬੀ ਰਜਾ ਦੇ ਵਿੱਚ ਤੁਰਦੇ ਹਾਂ, ਰੱਬ ਦੇ ਗੁਣਾਂ ਦੇ ਨਾਲ ਜੁੜਦੇ ਹਾਂ, ਤਾਂ ਉਦੋਂ ਬੰਦਾ ਵਿਕਾਰਾਂ ਦੇ ਵਿੱਚੋਂ ਪਾਰ ਉਤਰ ਜਾਂਦਾ ਹੈ। ਇਹਦੀ ਸੁਰਤ ਵਿਕਾਰਾਂ ਚੋਂ ਨਿਕਲ ਕੇ ਰੱਬੀ ਗੁਣਾਂ ਦੇ ਨਾਲ ਜੁੜ ਜਾਂਦੀ ਹੈ। ਤਾਂ ਸਾਡਾ ਅਸਲੀ ਸੱਜਣ ਮਿੱਤਰ ਫਿਰ ਕੌਣ ਹੋਇਆ? ਅਸਲੀ ਸੱਜਣ ਮਿੱਤਰ ਉਹੀ ਹੈ ਜੋ ਸਾਨੂੰ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣ ਦੀ ਪ੍ਰੇਰਨਾ ਦਿੰਦਾ ਹੈ।
ਯਾਨੀ ਜੋ ਸਾਨੂੰ ਰੱਬੀ ਗੁਣਾਂ ਦੇ ਨਾਲ ਜੋੜਦਾ ਹੈ। ਜਿਸ ਪ੍ਰਭੂ ਦੇ ਚਰਨਾਂ ਦੀ ਸ਼ਰਨ ਲਿਆ ਕਰੋੜਾਂ ਪਾਪ ਲੈ ਜਾਂਦੇ ਨੇ, ਬੰਦਾ ਵਿਕਾਰਾਂ ਦੇ ਵਿੱਚੋਂ ਨਿਕਲ ਜਾਂਦਾ ਹੈ, ਚਿੰਤਾਵਾਂ, ਫਿਕਰਾਂ, ਝੋਰਿਆਂ, ਕਾੜਿਆਂ, ਅੰਦੇਸ਼ਿਆਂ ਦੇ ਵਿੱਚੋਂ ਨਿਕਲ ਜਾਂਦਾ ਹੈ ਔਰ ਇਹ ਖੁਸ਼ਹਾਲ ਜ਼ਿੰਦਗੀ ਜੀਂਦਾ ਹੈ, ਇਨਸਾਨੀਅਤ ਵਾਲੀ ਜ਼ਿੰਦਗੀ ਜੀਂਦਾ ਹੈ, ਸ਼ੁਭ ਗੁਣਾਂ ਵਾਲੀ ਜ਼ਿੰਦਗੀ ਜੀਂਦਾ ਹੈ, ਆਪਣੇ ਜੀਵਨ ਨੂੰ ਇਹ ਸਵਰਗ ਬਣਾ ਲੈਂਦਾ ਹੈ। ਤਾਂ ਉਹੀ ਸਾਡਾ ਅਸਲੀ ਸੱਜਣ ਔਰ ਮਿੱਤਰ ਹੈ। ਉਹ ਸਾਜਨ ਉਹ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ। ਸਾਡੇ ਉਹੀ ਅਸਲੀ ਸੱਜਣ ਮਿੱਤਰ ਨੇ ਜੋ ਸਾਨੂੰ ਪ੍ਰਭੂ ਦੇ ਨਾਲ ਜੋੜਦੇ ਨੇ, ਸਾਨੂੰ ਰੱਬੀ ਗੁਣਾਂ ਦੇ ਨਾਲ ਜੋੜਦੇ ਨੇ। ਅਤੇ ਐਸਾ ਸੱਜਣ ਮਿੱਤਰ ਸਾਡਾ ਗੁਰੂ ਹੈ। ਗੁਰੂ ਦੀ ਪਾਵਨ ਬਾਣੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਪ੍ਰਭੂ ਦੇ ਨਾਲ ਜੋੜਦੀ ਹੈ। ਇਸ ਲਈ ਸਾਨੂੰ ਐਸੇ ਲੋਕਾਂ ਦੇ ਨਾਲ ਮਿੱਤਰਤਾ ਪਾਉਣੀ ਚਾਹੀਦੀ ਹੈ, ਐਸੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਜੋ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਨੇ। ਵਿਕਾਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਸਾਕਤ ਦੀ ਸੰਗਤ ਤੋਂ ਦੂਰ ਰਹਿਣਾ ਚਾਹੀਦਾ ਹੈ। ਸਾਕਤ ਸੰਗ ਨਾ ਕੀਜੀਏ, ਦੂਰ ਜਾਈਏ ਭਾਗ, ਬਾਂਸਨ ਕਾਰੋ ਪਰਸੀਏ ਤੌਕ ਚਲਾਗੇ ਦਾਗ। ਰੱਬ ਦੇ ਨਾਲੋਂ, ਸੱਚ ਦੇ ਨਾਲੋਂ ਟੁੱਟੇ ਹੋਏ ਲੋਕਾਂ ਦੇ ਨਾਲ ਜਦੋਂ ਬੰਦਾ ਸੰਗਤ ਕਰਦਾ ਹੈ, ਉਹਨਾਂ ਦੇ ਸਾਥ ਵਿੱਚ ਰਹਿੰਦਾ ਹੈ ਜਾਂ ਉਹਨਾਂ ਦਾ ਸਹਿਯੋਗ ਆਦਿ ਕਰਦਾ ਹੈ ਵਿਕਾਰ ਕਮਾਉਣ ਵਿੱਚ, ਤਾਂ ਹੌਲੇ ਹੌਲੇ ਇਹਦੇ ਆਪਣੇ ਜੀਵਨ ਦੇ ਵਿੱਚ ਵੀ ਵਿਕਾਰ ਆਉਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਵਿਕਾਰੀਆਂ ਦੀ ਸੰਗਤ ਤੋਂ, ਸੱਚ ਦੇ ਨਾਲ ਟੁੱਟੇ ਹੋਏ ਲੋਕਾਂ ਦੀ ਸੰਗਤ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਨੇ ਔਰ ਚੰਗੇ ਲੋਕਾਂ ਦੀ ਸੰਗਤ ਕਰਨ ਦੀ ਪ੍ਰੇਰਨਾ ਸਾਨੂੰ ਦੇ ਰਹੇ ਨੇ। ਅਸਲੀ ਸੱਜਣ ਮਿੱਤਰ ਉਹੀ ਨੇ ਜੋ ਰੱਬੀ ਗੁਣ ਸਾਨੂੰ ਯਾਦ ਕਰਾਉਂਦੇ ਨੇ। ਜਾ ਕੀ ਟਹਿਲ ਜਮਦੂਤ ਬਿਦਾਰੇ, ਜਿਸ ਮਾਲਕ ਦੀ ਟਹਿਲ ਕੀਤਿਆਂ, ਸੇਵਾ ਕੀਤਿਆਂ, ਯਾਨੀ ਰੱਬੀ ਰਜ਼ਾ ਦੇ ਵਿੱਚ ਤੁਰਿਆਂ ਜਮਦੂਤ ਵੀ ਨਸ ਜਾਂਦੇ ਨੇ, ਜਮਦੂਤਾਂ ਦਾ ਨਾਸ ਹੋ ਜਾਂਦਾ ਹੈ। ਹੁਣ ਜਮਦੂਤ ਕੌਣ ਨੇ? ਜੋ ਸਾਡੀ ਆਤਮਿਕ ਮੌਤ ਦਾ ਕਾਰਨ ਬਣਦੇ ਨੇ। ਜਿਨ੍ਹਾਂ ਕਰਮਾਂ ਕਰਕੇ, ਵਿਕਾਰਾਂ ਕਰਕੇ ਬੰਦੇ ਦੀ ਜ਼ਮੀਰ ਮਰਦੀ ਹੈ, ਜਿਨ੍ਹਾਂ ਵਿਕਾਰਾਂ ਕਰਕੇ ਬੰਦਾ ਗੈਰ ਇਨਸਾਨੀਅਤ ਵਾਲੇ ਕਰਮ ਕਰਦਾ ਹੈ, ਉਹ ਸਾਰੇ ਵਿਕਾਰ ਜਮਦੂਤ ਨੇ, ਆਤਮਿਕ ਮੌਤ ਲਿਆਉਣ ਵਾਲੇ ਕਰਮ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਪਾਪ, ਚੋਰੀਆਂ, ਯਾਰੀਆਂ, ਠੱਗੀਆਂ, ਬੇਈਮਾਨੀਆਂ, ਦਾਜ, ਦਹੇਜ ਔਰ ਜਾਤੀਵਾਦ ਆਦਿਕ, ਲੜਾਈ, ਦੰਗੇ, ਫਸਾਦ, ਇਹ ਜਮਦੂਤ ਹੀ ਤੇ ਹੈ ਨੇ ਜੋ ਮਨੁੱਖ ਦੀ ਆਤਮਿਕ ਮੌਤ ਦਾ ਕਾਰਨ ਬਣਦੇ ਨੇ, ਜੋ ਮਨੁੱਖ ਦੇ ਅੰਦਰੋਂ ਇਨਸਾਨੀਅਤ ਨੂੰ ਮਾਰ ਮੁਕਾਉਂਦੇ ਨੇ ਔਰ ਮਨੁੱਖ ਹੈਵਾਨੀਅਤ ਔਰ ਸ਼ੈਤਾਨੀਅਤ ਦਾ ਅੱਡਾ ਬਣ ਕੇ ਰਹਿ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭੂ ਦੀ ਟਹਿਲ ਕੀਤਿਆਂ, ਪ੍ਰਭੂ ਦੇ ਚਰਨਾਂ ਦੀ ਸ਼ਰਨ ਲਿਆਂ, ਰੱਬੀ ਰਜ਼ਾ ਦੇ ਅੰਦਰ ਤੁਰਿਆਂ ਜਮਦੂਤ ਯਾਨੀ ਕਾਮਾਦਿਕ ਜੋ ਆਤਮਿਕ ਮੌਤ ਲਿਆਉਣ ਵਾਲੇ ਨੇ ਉਹ ਮੁੱਕ ਜਾਂਦੇ ਨੇ। ਤਾਂ ਸਾਡਾ ਅਸਲੀ ਸੱਜਣ ਕੌਣ ਹੋਇਆ? ਜੋ ਸਾਨੂੰ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਜੀਣ ਦੀ ਪ੍ਰੇਰਨਾ ਦਿੰਦਾ ਹੈ, ਜੋ ਸਾਨੂੰ ਰੱਬੀ ਰਜ਼ਾ ਮੁਤਾਬਕ ਜੀਵਨ ਜੀਣ ਦੀ ਪ੍ਰੇਰਨਾ ਦਿੰਦਾ ਹੈ, ਜੋ ਸਾਨੂੰ ਗੁਰਬਾਣੀ ਦੇ ਨਾਲ ਜੋੜਦਾ ਹੈ, ਗੁਰਬਾਣੀ ਦੇ ਦੱਸੇ ਰਾਹਾਂ 'ਤੇ ਤੁਰਨ ਦੀ ਜੋ ਪ੍ਰੇਰਨਾ ਦੇ ਰਿਹਾ ਹੈ, ਉਹੀ ਸਾਡਾ ਅਸਲੀ ਸੱਜਣ ਮਿੱਤਰ ਹੋ ਸਕਦਾ ਹੈ। ਜਾ ਕੀ ਧੀਰਕ ਇਸ ਮਨ ਹੈ ਸਧਾਰੇ, ਜਿਸ ਦੀ ਧੀਰਜ, ਜਿਸ ਦਾ ਸਹਾਰਾ ਇਸ ਮਨ ਦਾ ਆਸਰਾ ਬਣਦਾ ਹੈ। ਹੁਣ ਮਨ ਦਾ ਆਸਰਾ ਕੀ ਹੈ? ਮਨ ਢਹਿੰਦੀ ਕਲਾ ਵਿੱਚ ਜਾ ਰਿਹਾ ਹੈ ਔਰ ਅਸੀਂ ਇਕੱਲੇ ਬੈਠੇ ਹਾਂ, ਸਾਡੇ ਲਾਗੇ ਚਾਗੇ ਕੋਈ ਸਾਡਾ ਧੀ ਪੁੱਤਰ ਭੈਣ ਭਰਾ ਨਹੀਂ ਹੈ, ਅਸੀਂ ਇਕੱਲੇ ਹਾਂ ਅਤੇ ਮਨ ਉਦੋਂ ਢਹਿੰਦੀ ਕਲਾ ਵਿੱਚ ਹੈ। ਅਤੇ ਢਹਿੰਦੀ ਕਲਾ ਦੇ ਵਿੱਚੋਂ ਚੜ੍ਹਦੀ ਕਲਾ ਵਿੱਚ ਕਿਵੇਂ ਜਾਏਗਾ? ਜੇ ਬੰਦਾ ਸੱਚ ਦੇ ਨਾਲ ਜੁੜੇਗਾ, ਜਿਹਦੇ ਅੰਦਰ ਸਕਾਰਾਤਮਕ ਸੋਚ ਆਏਗੀ, ਇਹ ਪ੍ਰਭੂ ਦੀ ਸਿਫਤ ਸਲਾਹ ਕਰੇਗਾ, ਰੱਬੀ ਗੁਣਾਂ ਦੇ ਨਾਲ ਜੁੜੇਗਾ, ਤਾਂ ਢਹਿੰਦੀ ਕਲਾ ਦੇ ਵਿੱਚੋਂ ਮਨ ਚੜ੍ਹਦੀ ਕਲਾ ਵਿੱਚ ਆ ਜਾਏਗਾ। ਨੈਗੇਟਿਵਿਟੀ ਚੋਂ ਨਿਕਲ ਕੇ ਪੋਜ਼ਿਟਿਵਿਟੀ ਦੇ ਰਾਹਾਂ ਦੇ ਉੱਤੇ ਇਹ ਤੁਰੇਗਾ। ਨਕਾਰਾਤਮਕ ਸੋਚ ਇਹਦੀ ਸਕਾਰਾਤਮਕ ਸੋਚ ਦੇ ਅੰਦਰ ਬਦਲ ਜਾਏ ਤਾਂ ਪ੍ਰਭੂ ਦੇ ਗੁਣ ਹੀ ਸਾਡੇ ਜੀਵਨ ਦਾ ਸਹਾਰਾ ਨੇ। ਗੁਰੂ ਦੀ ਪਾਵਨ ਬਾਣੀ, ਗੁਰੂ ਦੇ ਦਿੱਤੇ ਸਿਧਾਂਤ ਹੀ ਹਮੇਸ਼ਾ ਸਾਡੇ ਨਾਲ ਨੇ। ਗੁਰੂ ਦਾ ਸ਼ਬਦ ਸਾਡੇ ਨਾਲ ਹੈ। ਗੁਰਦੇਵ ਦਾ ਪਾਵਨ ਬਚਨ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਮੇਰੇ ਅੰਗ ਸੰਗ ਹੈ। ਤਾਂ ਗੁਰੂ ਅੰਗ ਸੰਗ ਤੋਂ ਭਾਵ ਜੋ ਗੁਰੂ ਦੇ ਸਿਧਾਂਤ ਨੇ, ਗੁਰੂ ਦਾ ਸ਼ਬਦ, ਗੁਰੂ ਦੀ ਵਿਚਾਰਧਾਰਾ ਜਿਸ ਮਨੁੱਖ ਦੇ ਮਨ ਦੇ ਅੰਦਰ ਹੈ, ਜਿੱਥੇ ਵੀ ਮਨੁੱਖ ਜਾਏਗਾ ਉੱਥੇ ਹੀ ਗੁਰੂ ਦੇ ਸਿਧਾਂਤ ਦੇ ਨਾਲ ਨੇ, ਉੱਥੇ ਹੀ ਗੁਰੂ ਦੀ ਵਿਚਾਰਧਾਰਾ ਇਸ ਦੇ ਨਾਲ ਹੈ। ਔਰ ਗੁਰੂ ਦੀ ਵਿਚਾਰਧਾਰਾ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਇਸ ਦੇ ਢਹਿੰਦੇ ਮਨ ਨੂੰ
ਪ੍ਰੇਰਨਾ ਦੇਵੇਗੀ ਔਰ ਇਹ ਚੜ੍ਹਦੀ ਕਲਾ ਦੇ ਵਿੱਚ ਵਿਚਰੇਗਾ। ਵਿਕਾਰਾਂ ਦੇ ਅੰਦਰ ਗਿਰਦੇ ਮਨ ਨੂੰ ਗੁਰੂ ਦੀ ਪਾਵਨ ਬਾਣੀ ਹੀ ਠੱਲ ਪਾਉਂਦੀ ਹੈ। ਜਦੋਂ ਅਸੀਂ ਈਰਖਾ ਦਵੈਸ਼ ਆਦਿਕ ਆਪਣੇ ਮਨ ਵਿੱਚ ਪੈਦਾ ਕਰਦੇ ਹਾਂ ਤਾਂ ਗੁਰੂ ਦੀ ਪਾਵਨ ਬਾਣੀ ਹੀ ਸਾਨੂੰ ਇਸ ਤੋਂ ਬਚਾਉਂਦੀ ਹੈ ਨਾ। ਵੈਰ ਵਿਰੋਧ ਕਿਸੇ ਦੇ ਨਾਲ ਨਾ ਕਰ, ਯਾਨੀ ਈਰਖਾ ਦਵੈਸ਼ ਨਾ ਕਰ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੁਹਿ ਪਾਈ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਕਿ ਜਦੋਂ ਤੋਂ ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਗਿਆ ਹਾਂ ਉਦੋਂ ਤੋਂ ਮੇਰੇ ਜੀਵਨ ਦੇ ਅੰਦਰੋਂ, ਮੇਰੀ ਸੋਚ ਦੇ ਅੰਦਰੋਂ ਈਰਖਾ ਦਵੈਸ਼ ਆਦਿਕ ਮਿਟ ਗਈ ਹੈ। ਹੁਣ ਮੇਰੇ ਵਾਸਤੇ ਕੋਈ ਵੈਰੀ, ਕੋਈ ਬਿਗਾਨਾ ਨਹੀਂ ਰਿਹਾ। ਹੁਣ ਸਾਰੇ ਹੀ ਆਪਣੇ ਭਾਸਤੇ ਨੇ। ਤਾਂ ਪ੍ਰਭੂ ਪਰਮਾਤਮਾ ਦੀ ਜੋ ਧੀਰਜ ਹੈ ਨਾ, ਸਹਾਰਾ ਹੈ, ਉਹ ਇਸ ਢਹਿੰਦੇ ਹੋਏ ਮਨ ਦਾ ਸਹਾਰਾ ਹੈ। ਜਿਉਂ ਮੰਦਰ ਕੋ ਥਾਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਤਾਂ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਸਾਡੇ ਢਹਿੰਦੇ ਹੋਏ ਮਨ ਨੂੰ, ਡਿੱਗਦੇ ਹੋਏ ਮਨ ਨੂੰ ਸਹਾਰਾ ਦਿੰਦਾ ਹੈ। ਤਾਂ ਫਿਰ ਅਸਲ ਸੱਜਣ ਮਿੱਤਰ ਕੌਣ ਹੋਇਆ? ਅਸਲ ਸੱਜਣ ਮਿੱਤਰ ਉਹੀ ਹੈ ਜੋ ਉਸ ਪ੍ਰਭੂ ਦੇ ਨਾਲ ਸਾਨੂੰ ਜੋੜੇ, ਜੋ ਗੁਰੂ ਦੀ ਪਾਵਨ ਬਾਣੀ ਦੇ ਨਾਲ ਜੋੜੇ, ਜਿਸ ਦਾ ਸ਼ਬਦ, ਜਿਸ ਦਾ ਉਪਦੇਸ਼ ਸਾਡੇ ਮਨ ਦਾ ਸਹਾਰਾ ਬਣਦਾ ਹੈ। ਅਖੀਰਲੇ ਬਚਨ ਕਰਕੇ ਸਾਨੂੰ ਗੁਰਦੇਵ ਸਮਝਾ ਰਹੇ ਨੇ, ਜਾ ਕੇ ਸਿਮਰਨ ਮੁਖ ਉਜਲਾਰੇ। ਜਿਸ ਪ੍ਰਭੂ ਦਾ ਸਿਮਰਨ ਕੀਤਿਆਂ, ਜਿਸ ਪ੍ਰਭੂ ਦੀ ਯਾਦ ਵਿੱਚ ਜੀਵਿਆਂ, ਮੁਖ ਉਜਵਲ ਹੁੰਦਾ ਹੈ। ਜਿੱਥੇ ਵੀ ਜਾਓ ਉਜਵਲ ਮੁਖ ਦੇ ਨਾਲ ਜਾਓਗੇ। ਜਿੱਥੇ ਵੀ ਜਾਓਗੇ ਉੱਥੇ ਹੀ ਸੁਹੇਲੇ ਹੋਵੋਗੇ, ਉੱਥੇ ਹੀ ਮਾਨ ਆਦਰ ਮਿਲੇਗਾ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਐਸੇ ਲੋਕ ਹਰ ਥਾਂ ਦੇ ਉੱਤੇ ਪ੍ਰਵਾਨ ਨੇ, ਸੰਸਾਰ ਨੂੰ ਪ੍ਰਵਾਨ ਨੇ, ਸਮਾਜ ਨੂੰ ਪ੍ਰਵਾਨ ਨੇ, ਕਿਉਂਕਿ ਉਹ ਸੰਸਾਰ ਔਰ ਸਮਾਜ ਦਾ ਬੁਰਾ ਨਹੀਂ ਕਰਦੇ। ਚੰਗੇ ਲੋਕ ਹਮੇਸ਼ਾ ਹੀ ਸਮਾਜ ਔਰ ਸੰਸਾਰ ਦਾ ਭਲਾ ਕਰਦੇ ਨੇ, ਸਮਾਜ ਨੂੰ ਚੰਗੀ ਰਾਹਾਂ 'ਤੇ ਤੋਰਦੇ ਨੇ, ਸਮਾਜ ਵਿੱਚੋਂ ਬੁਰਾਈਆਂ ਖਤਮ ਕਰਦੇ ਨੇ, ਕਿਸੇ ਨਿਮਾਣੇ ਨਿਤਾਣੇ ਦਾ, ਅਸਹਾਏ ਦਾ ਸਹਿਯੋਗ ਕਰਦੇ ਨੇ, ਕਿਸੇ ਢਹਿੰਦੀ ਕਲਾ ਵਾਲੇ ਨੂੰ ਚੜ੍ਹਦੀ ਕਲਾ ਵਿੱਚ ਜੀਣ ਦੀ ਪ੍ਰੇਰਨਾ ਦਿੰਦੇ ਨੇ। ਐਸੇ ਲੋਕ ਸਮਾਜ ਦੇ ਅੰਦਰ ਪ੍ਰਵਾਨ ਨੇ। ਐਸੇ ਲੋਕਾਂ ਨੂੰ ਰਾਜਿਆਂ ਮਹਾਰਾਜਿਆਂ ਦੀ ਮਹਿਫਿਲ ਦੇ ਅੰਦਰ ਵੀ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ। ਔਰ ਐਸੇ ਹੀ ਇਨਸਾਨ ਪ੍ਰਭੂ ਦੇ ਦਰ ਦੇ ਉੱਤੇ ਪ੍ਰਵਾਨ ਹੁੰਦੇ ਨੇ, ਕਿਉਂਕਿ ਉਹਨਾਂ ਦਾ ਧਿਆਨ ਇੱਕ ਗੁਰੂ ਦੇ ਅੰਦਰ ਹੈ। ਉਹਨਾਂ ਦੇ ਧਿਆਨ ਦੇ ਅੰਦਰ ਇੱਕ ਗੁਰੂ ਦੇ ਸਿਧਾਂਤ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ, ਪੰਚੇ ਸੋ ਹੈ ਦਰ ਰਾਜਾਨ। ਉਹਦਾ ਕਾਰਨ ਕੀ ਹੈ ਕਿ ਪੰਚਾਂ ਕਾ ਗੁਰ ਏਕ ਧਿਆਨ। ਐਸੇ ਸਿਰਮੌਰ ਪੁਰਸ਼ਾਂ ਦਾ ਧਿਆਨ ਕੇਵਲ ਇੱਕ ਗੁਰੂ ਦੇ ਅੰਦਰ ਹੈ ਔਰ ਉਹਨਾਂ ਦੇ ਧਿਆਨ ਦੇ ਅੰਦਰ ਗੁਰੂ ਦੇ ਸਿਧਾਂਤ, ਗੁਰੂ ਦੀ ਵਿਚਾਰਧਾਰਾ ਔਰ ਗੁਰੂ ਦੀ ਫਿਲਾਸਫੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਮੁਖ ਉਜਵਲ ਹੁੰਦਾ ਹੈ। ਜਦੋਂ ਸਾਡੀ ਯਾਦ ਦੇ ਅੰਦਰ ਰੱਬੀ ਗੁਣ ਨੇ ਨਾ, ਜੋ ਚੰਗਾ ਇਨਸਾਨ ਹੈ ਉਹ ਜਿੱਥੇ ਵੀ ਜਾਏਗਾ ਉਜਲੇ ਮੂੰਹ ਜਾਏਗਾ। ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਜਿੱਥੇ ਵੀ ਜਾਣਗੇ ਉਹਨਾਂ ਨੂੰ ਮਾਨ ਆਦਰ ਸਤਿਕਾਰ ਮਿਲੇਗਾ। ਔਰ ਐਸੇ ਮਨੁੱਖਾਂ ਦੀ ਸੰਗਤ ਕਰਕੇ ਹੋਰ ਵੀ ਬਹੁਤ ਸਾਰੇ ਵਿਕਾਰੀ ਲੋਕ ਵਿਕਾਰਾਂ ਤੋਂ ਬਚ ਨਿਕਲਦੇ ਨੇ। ਔਰ ਬਹੁਤ ਸਾਰੇ ਜੇ ਲੋਕ ਨੇ ਐਸੇ ਮਨੁੱਖਾਂ ਦੀ ਸੰਗਤ ਕਰਕੇ ਚੰਗੇ ਰਾਹਾਂ 'ਤੇ ਤੁਰਨ ਦਾ ਯਤਨ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੀ ਸੰਗਤ ਕਰਕੇ ਅਨੰਤ ਲੋਕਾਂ ਨੇ ਆਪਣੇ ਜੀਵਨ ਦਾ ਲਾਹਾ ਖੱਟਿਆ ਔਰ ਪ੍ਰਭੂ ਪਰਮਾਤਮਾ ਦੀ ਲੀਨਤਾ ਹਾਸਲ ਕੀਤੀ, ਉੱਚਾ ਸੁੱਚਾ ਜੀਵਨ ਜੀਵਿਆ ਔਰ ਆਪਣੇ ਜੀਵਨ ਨੂੰ ਸਵਰਗ ਬਣਾ ਲਿਆ। ਅੱਜ ਵੀ ਜੋ ਗੁਰੂ ਦੀ ਪਾਵਨ ਬਾਣੀ ਪੜ੍ਹਦੇ ਨੇ, ਗੁਰੂ ਦੀ ਪਾਵਨ ਬਾਣੀ ਨੂੰ ਆਪ ਵਿਚਾਰਦੇ ਨੇ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਹਨ, ਅੱਜ ਵੀ ਕਿਤਨੇ ਸਾਰੇ ਲੋਕ ਆਨੰਦ ਵਾਲੀ ਜ਼ਿੰਦਗੀ ਜੀ ਰਹੇ ਨੇ, ਵਿਕਾਰਾਂ ਤੋਂ ਬਚ ਕੇ ਚੰਗੇ ਰਾਹਾਂ ਦੇ ਉੱਤੇ ਚੱਲ ਰਹੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਪ੍ਰਭੂ ਦੇ ਗੁਣ ਯਾਦ ਕੀਤਿਆਂ ਮੁਖ ਉਜਵਲ ਹੁੰਦਾ ਹੈ। ਸਾਡੇ ਅਸਲੀ ਸੱਜਣ ਔਰ ਮਿੱਤਰ ਉਹੀ ਨੇ ਜੋ ਸਾਨੂੰ ਉਸ ਪ੍ਰਭੂ ਦੇ ਗੁਣਾਂ ਦੇ ਨਾਲ ਜੋੜਦੇ ਨੇ। ਗੁਰਦੇਵ ਕਹਿੰਦੇ ਨੇ, ਸਰਨ ਨਾਨਕ ਤਿਨ ਸਦ ਬਲਿਹਾਰੇ। ਐਸੇ ਸੱਜਣਾ ਦੀ ਮੈਂ ਸ਼ਰਨ ਵਿੱਚ ਹਾਂ, ਉਹਨਾਂ ਤੋਂ ਮੈਂ ਕੁਰਬਾਨ ਹਾਂ, ਵਾਰ ਨੇ ਸਦਕੇ ਹਾਂ।
ਉਹਨਾਂ ਦੇ ਦੱਸੇ ਰਾਹਾਂ 'ਤੇ ਤੁਰਦਾ ਹਾਂ। ਮੇਰੇ ਜੀਵਨ ਦੇ ਅੰਦਰ ਚਾਹਤ ਹੈ ਕਿ ਮੈਂ ਵੀ ਉਹਨਾਂ ਵਰਗੀ ਜ਼ਿੰਦਗੀ ਜੀਵਾਂ ਜੋ ਪ੍ਰਭੂ ਦੇ ਦੱਸੇ ਰਾਹਾਂ 'ਤੇ ਤੁਰਨ ਵਾਲੇ ਨੇ, ਜੋ ਪ੍ਰਭੂ ਦੀ ਸ਼ਰਨ ਵਿੱਚ ਨੇ, ਜੋ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ ਰਹੇ ਨੇ। ਮੈਂ ਐਸੇ ਲੋਕਾਂ ਤੋਂ ਬਲਿਹਾਰ ਹਾਂ, ਵਾਰ ਨੇ ਸਦਕੇ ਹਾਂ, ਕੁਰਬਾਨ ਹਾਂ, ਕੋਲ ਕੁਮਾਈ ਹਾਂ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜੋ ਆਪ ਸ਼ੁਭ ਗੁਣਾਂ ਦੇ ਨਾਲ ਜੁੜਿਆ ਹੈ, ਦੂਜਿਆਂ ਨੂੰ ਸ਼ੁਭ ਗੁਣਾਂ ਦੇ ਉੱਤੇ ਅਮਲ ਕਰਨ ਦੀ ਪ੍ਰੇਰਨਾ ਦਿੰਦਾ ਹੈ, ਆਪ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਰਿਹਾ ਹੈ, ਦੂਜਿਆਂ ਨੂੰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਦੀ ਪ੍ਰੇਰਨਾ ਦਿੰਦਾ ਹੈ, ਮੈਂ ਉਹਦੇ ਤੋਂ ਵਾਰ ਨੇ ਸਦਕੇ ਹਾਂ। ਯਾਨੀ ਸਾਨੂੰ ਐਸੇ ਲੋਕਾਂ ਦੇ ਨਾਲ ਫਰੈਂਡਸ਼ਿਪ ਪਾਉਣੀ ਚਾਹੀਦੀ ਹੈ, ਐਸੇ ਲੋਕਾਂ ਦੇ ਨਾਲ ਮਿੱਤਰਤਾ ਪਾਉਣੀ ਚਾਹੀਦੀ ਹੈ। ਅਸਲੀ ਸਾਡੇ ਮਿੱਤਰ ਉਹੀ ਨੇ ਜੋ ਸਾਨੂੰ ਚੰਗੇ ਰਾਹਾਂ 'ਤੇ ਤੋਰਦੇ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਅਸੀਂ ਐਸੇ ਲੋਕਾਂ ਦੀ ਸੰਗਤ ਕਰ ਸਕੀਏ ਔਰ ਅਸੀਂ ਖੁਦ ਵੀ ਐਸੇ ਲੋਕ ਬਣੀਏ ਔਰ ਆਈਡੀਅਲ ਪਰਸਨ ਬਣ ਕੇ ਜੀਵੀਏ, ਜਿਸ ਕਰਕੇ ਲੋਕ ਸਾਡੀ ਸੰਗਤ ਵਿੱਚੋਂ ਸਾਡੀ ਸੰਗਤ ਕਰਕੇ ਵੀ ਬਾਣੀ ਦੇ ਨਾਲ ਜੁੜ ਸਕਣ। ਸਾਡੇ ਜੀਵਨ ਦੀ ਮਹਾਨਤਾ ਤਾਂ ਹੀ, ਇੱਕ ਸਿੱਖ ਦੀ ਮਹਾਨਤਾ ਤਾਂ ਹੀ ਹੈ ਕਿ ਉਹਦੇ ਜੀਵਨ ਵੱਲ ਵੇਖ ਕੇ ਕੋਈ ਹੋਰ ਵੀ ਇਸ ਰਾਹ ਦੇ ਉੱਤੇ ਤੁਰ ਸਕੇ। ਇਸ ਲਈ ਸਾਨੂੰ ਚਾਹੀਦਾ ਹੈ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਮੁਤਾਬਕ ਉੱਚਾ ਸੁੱਚਾ ਜੀਵਨ ਜੀਵੀਏ ਔਰ ਆਪਣੇ ਜੀਵਨ ਨੂੰ ਸਫਲ ਕਰੀਏ ਅਤੇ ਗੁਰੂ ਪਾਤਸ਼ਾਹ ਜੀ ਦੀ ਇਸ ਮਹਾਨ ਵਿਚਾਰਧਾਰਾ ਨੂੰ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਯਤਨ ਕਰੀਏ। ਆਪ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕੀਤਾ। ਆਪ ਸਮੂਹ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।